ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਦੋਂ ਵੀ ਭਗਤੀ ਦੇ ਰਾਹਾਂ ਦਾ ਜ਼ਿਕਰ ਕਰਦੇ ਹਾਂ ਤਾਂ ਸਭ ਤੋਂ ਉੱਪਰ ਅਵਤਾਰਾਂ ਦਾ, ਪੈਗੰਬਰਾਂ ਦਾ, ਰਿਸ਼ੀ ਮੁਨੀਆਂ ਦਾ ਜ਼ਿਕਰ ਆਇਆ, ਕਿਉਂਕਿ ਆਮ ਜੀਵਨ ਦੇ ਵਿੱਚ ਸਾਡੀ ਜਿਹੜੀ ਦ੍ਰਿਸ਼ਟੀ ਆ, ਅਸੀਂ ਦ੍ਰਿਸ਼ਟੀ ਦੇ ਵਿੱਚੋਂ ਅਨੇਕਤਾ ਨੂੰ ਵੇਖਦੇ ਹਾਂ। ਕਿ ਜਿਵੇਂ ਭਾਈ ਨੰਦ ਲਾਲ ਲਿਖਦੇ ਨੇ, ਗਾਹੇ ਸੂਫੀ ਗਾਹੇ ਜ਼ਾਹਦ ਗਾਹੇ ਕਲੰਦਰ ਮੇ ਸ਼ਬਦ ਰੰਗ ਹਾਏ ਮੁਖਤਲਿਫ ਦਾਰਦ ਬੁਤ ਅਯਾਰਮਾ, ਕਿ ਪ੍ਰਭੂ ਹੀ ਸੂਫੀਆਂ, ਕਲੰਦਰਾਂ, ਜ਼ਾਦਾਂ ਦੇ ਵਿੱਚ ਬਣ ਕੇ ਬੈਠਾ। ਬੁੱਲੇ ਸ਼ਾਹ ਨੇ ਕਹਿ ਦਿੱਤਾ ਸੀ ਕਿਤੇ, ਬਿੰਦਰਾ ਬਨ ਮੇ ਗਊ ਚਰਾਵੇ ਲੰਕਾ ਸਾੜ ਕੇ ਨਾਦ ਬਚਾਵੇ, ਮੱਕੇ ਦਾ ਹਾਜੀ ਬਣ ਜਾਵੇ ਵਾਵਾ ਰੂਪ ਵਟਾਈਂਦਾ ਕਾ ਤੂੰ ਆਪਣਾ ਆਪ ਛਪਾਈਂਦਾ। ਕਿਤੇ ਚੋਰ ਬਣੇ ਕਿਤੇ ਗਾਦੀ ਹੋ, ਕਿਤੇ ਮਿੰਬਰ ਤੇ ਬਹਿਵਾਦੀ ਹੋ, ਕਿਤੇ ਤੇਗ ਬਹਾਦਰ ਗਾਦੀ ਹੋ, ਆਪ ਆਪਣਾ ਕਟਕ ਚੜਾਈਂਦਾ ਕਾ ਤੂੰ ਆਪਣਾ ਆਪ ਛਪਾਈਂਦਾ। ਬੁੱਲੇ ਸ਼ਾਹ ਦਾ ਮੰਨਣਾ ਸੀ ਕਿ ਵਰਿੰਦਾਵਨ ਦੇ ਜੰਗਲਾਂ ਵਿੱਚ ਗਊਆਂ ਚਾਰਨ ਵਾਲਾ ਵੀ ਕ੍ਰਿਸ਼ਨ ਤੂੰ ਹੈ, ਕਿ ਲੰਕਾ ਨੂੰ ਸਾੜ ਕੇ ਰਾਮਦਾਂਤ ਕਰਨ ਵਾਲਾ ਰਾਮ ਵੀ ਤੂੰ, ਮੱਕੇ ਦਾ ਹਾਜੀ ਹਜ਼ਰਤ ਮੁਹੰਮਦ ਵੀ ਤੂੰ, ਅਤੇ ਤੇਗ ਬਹਾਦਰ ਜਿਸ ਨੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਆਪਣੇ ਆਪ ਨੂੰ ਕਟਾ ਦਿੱਤਾ, ਆਪਣੇ ਆਪ ਨੂੰ ਵਾਰ ਦਿੱਤਾ, ਸ਼ਹਾਦਤ ਨੂੰ ਪ੍ਰਾਪਤ ਕੀਤਾ, ਉਹ ਤੇਗ ਬਹਾਦਰ ਵੀ ਤੂੰ ਹੈ। ਪਰ ਹੇ ਪ੍ਰਭੂ, ਪਤਾ ਨਹੀਂ ਕਿ ਤੂੰ ਕਿਉਂ ਅਨੇਕਤਾ ਵਿੱਚ ਬੈਠਾ ਹੈ, ਕਿਉਂ ਆਪਣੇ ਆਪ ਨੂੰ ਛੁਪਾ ਕੇ ਬੈਠਾ ਹੈ। ਤਾਂ ਸਾਡੀ ਦ੍ਰਿਸ਼ਟੀ ਜੋ ਹੈ, ਸਾਡੀ ਦ੍ਰਿਸ਼ਟੀ ਸ੍ਰਿਸ਼ਟੀ ਦੀ ਰਚਨਾ ਕਰਦੀ ਹੈ। ਸਾਡੀ ਜਿਸ ਤਰ੍ਹਾਂ ਦੀ ਦ੍ਰਿਸ਼ਟੀ ਹੋਵੇਗੀ, ਅਸੀਂ ਉਸੇ ਤਰ੍ਹਾਂ ਦੇ ਨਾਲ ਸਮਾਜ ਨੂੰ ਵੇਖਦੇ ਹਾਂ, ਲੋਕਾਂ ਨੂੰ, ਮਿੱਤਰਾਂ ਸਾਕਾਂ ਸੰਬੰਧੀਆਂ ਨੂੰ ਵੇਖਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਬਾਣੀ ਵਿੱਚ ਲਿਖਦੇ ਨੇ ਕਿ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲ ਅਨੰਤ ਕੋ ਫਿਰ ਏਕ, ਕਿ ਤੇਰੀ ਮੂਰਤ ਤਾਂ ਇੱਕ ਹੈ ਪਰ ਤੇਰੇ ਦਰਸ਼ਨ ਅਨੇਕ ਨੇ। ਤੂੰ ਕਿਸੇ ਆਮ ਨਜ਼ਰਾਂ ਦੀ ਪਕੜ ਵਿੱਚ ਨਹੀਂ ਆ ਸਕਦਾ। ਤੂੰ ਬੇਅੰਤ ਹੈ, ਪਰ ਮੈਂ ਜਿਹਦੀ ਰਸਨਾ, ਜਿਹਦਾ ਦਿਮਾਗ ਇੱਕ ਸੀਮਤ ਦਾਇਰੇ ਦਾ ਮਾਲਕ, ਮੈਂ ਤੇਰੇ ਬੇਅੰਤ ਦੇ ਅੰਤ ਨਹੀਂ ਪਾ ਸਕਦਾ। ਬੇਅੰਤ ਦੇ ਗੁਣਾਂ ਦਾ ਪਾਰਾਵਾਰ ਕੋਈ ਨਹੀਂ। ਤਾਂ ਜਿਸ ਤਰ੍ਹਾਂ ਦੀ ਦ੍ਰਿਸ਼ਟੀ ਹੋਵੇਗੀ, ਉਸੇ ਤਰ੍ਹਾਂ ਦੀ ਦ੍ਰਿਸ਼ਟੀ ਨੂੰ ਆਪਾਂ ਵੇਖਦੇ ਹਾਂ। ਤਾਂ ਜ਼ਿਕਰ ਮਿਲਦਾ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਜੀਵਨ ਦਾ, ਕਿ ਕਹਿੰਦੇ ਨੇ ਸ਼੍ਰੀ ਕ੍ਰਿਸ਼ਨ ਇੱਕ ਦਿਨ ਆਪਣੇ ਦਰਬਾਰ ਵਿੱਚ ਬੈਠੇ ਹੋਏ, ਜਾਂ ਯੁਧਿਸ਼ਠਰ ਆਇਆ, ਤਾਂ ਯੁਧਿਸ਼ਠਰ ਨੇ ਸ਼੍ਰੀ ਕ੍ਰਿਸ਼ਨ ਨੂੰ ਵੇਖਿਆ ਤਾਂ ਕਹਿਣ ਲੱਗਾ ਕਿ ਹੇ ਕ੍ਰਿਸ਼ਨ, ਅੱਜ ਤੁਸੀਂ ਖੁਸ਼ ਬੜੇ ਲੱਗਦੇ ਹੋ, ਕਿ ਹੇ ਕ੍ਰਿਸ਼ਨ ਤੁਸੀਂ ਅੱਜ ਖੁਸ਼ ਬੜੇ ਲੱਗਦੇ ਹੋ, ਕਾਰਨ ਕੀ ਹੈ। ਤਾਂ ਕ੍ਰਿਸ਼ਨ ਕਹਿਣ ਲੱਗੇ ਕਿ ਯੁਧਿਸ਼ਠਰ, ਹਾਂ ਮੈਂ ਅੱਜ ਬੜਾ ਹੀ ਖੁਸ਼ ਹਾਂ, ਪਰ ਸੱਚ ਜਾਣੀ, ਜੇਕਰ ਤੂੰ ਅੱਜ ਕਿਸੇ ਪਾਪੀ ਇਨਸਾਨ ਨੂੰ ਮੇਰੇ ਸਾਹਮਣੇ ਢੂੰਡ ਕੇ ਲੈ ਕੇ ਆਵੇਂ ਤਾਂ ਮੈਂ ਉਹਦੇ ਸਾਰੇ ਗੁਨਾਹਾਂ ਨੂੰ ਮਾफ़ ਕਰ ਦਿਆਂ, ਉਸਦੇ ਸਾਰੇ ਪਾਪਾਂ ਨੂੰ ਕੱਟ ਦਿਆਂ। ਤਾਂ ਯੁਧਿਸ਼ਠਰ ਬੜੇ ਸ਼ੌਂਕ ਦੇ ਨਾਲ ਸਾਰੇ ਸ਼ਹਿਰ ਵਿੱਚ ਚਲਿਆ ਗਿਆ ਕਿ ਮੈਂ ਕਿਸੇ ਪਾਪੀ ਇਨਸਾਨ ਨੂੰ ਵੇਖਾਂ ਕਿ ਜੋ ਸ਼੍ਰੀ ਕ੍ਰਿਸ਼ਨ ਦੇ ਮਹਾਰਾਜ ਦੀ ਨਜ਼ਰ ਵਿੱਚ ਆ ਕੇ ਬਖਸ਼ਿਆ ਜਾਏ। ਪਰ ਕਹਿੰਦੇ ਨੇ ਯੁਧਿਸ਼ਠਰ ਨੇ ਸਾਰਾ ਦਿਨ ਲਗਾਇਆ, ਉਸਨੂੰ ਕੋਈ ਵੀ ਚੰਗਾ ਇਨਸਾਨ ਤਾਂ ਸਾਰੇ ਦਿਖੇ ਪਰ ਕੋਈ ਵੀ ਬੁਰਾ ਇਨਸਾਨ ਨਹੀਂ ਦਿਖਿਆ। ਯੁਧਿਸ਼ਠਰ ਨੇ ਸਾਰਾ ਹੀ ਦਿਨ ਖਰਚ ਦਿੱਤਾ ਪਰ ਕੋਈ ਬੁਰਾ ਇਨਸਾਨ ਨਾ ਮਿਲਿਆ। ਪਰ ਕਹਿੰਦੇ ਨੇ ਦੁਰਯੋਧਨ ਫਿਰ ਉਸੇ ਤਰਫ ਆਇਆ, ਸ਼੍ਰੀ ਕ੍ਰਿਸ਼ਨ ਮਹਾਰਾਜ ਨੂੰ ਵੇਖਿਆ ਤਾਂ ਕਹਿਣ ਲੱਗਾ ਕਿ ਹੇ ਕ੍ਰਿਸ਼ਨ, ਮੈਂ ਅੱਜ ਤੁਹਾਨੂੰ ਬੜੇ ਗੁੱਸੇ ਵਿੱਚ ਵੇਖਦਾ ਹਾਂ, ਗੱਲ ਕੀ, ਕਾਰਨ ਕੀ। ਤਾਂ ਕ੍ਰਿਸ਼ਨ ਕਹਿੰਦੇ ਨੇ, ਹਾਂ ਦੁਰਯੋਧਨ, ਅੱਜ ਮੈਂ ਬੜੇ ਗੁੱਸੇ ਦੇ ਵਿੱਚ, ਜੇਕਰ ਤੂੰ ਅੱਜ ਕਿਸੇ ਚੰਗੇ ਇਨਸਾਨ ਨੂੰ ਵੇਖ ਕੇ ਲਿਆਏ ਤਾਂ ਮੇਰਾ ਗੁੱਸਾ ਸ਼ਾਂਤ ਹੋਏ। ਦੁਰਯੋਧਨ ਚਲਾ ਗਿਆ, ਸਾਰੇ ਸ਼ਹਿਰ ਦੇ ਵਿੱਚ ਵੇਖਿਆ ਪਰਖਿਆ ਕਿ ਕੋਈ ਸਹੀ ਆਦਮੀ ਮਿਲ ਜਾਏ, ਕਿ ਸਹੀ ਆਦਮੀ ਮਿਲ ਜਾਏ ਤਾਂ ਮੈਂ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਗੁੱਸੇ ਨੂੰ ਸ਼ਾਂਤ ਕਰਦੇ ਹਾਂ। ਤਾਂ ਕਹਿੰਦੇ ਨੇ ਸਾਰਾ ਉਹਨੇ ਦਿਨ ਖਰਚ ਦਿੱਤਾ, ਸਾਰਾ ਸ਼ਾਮ ਪੈ ਗਈ, ਸੰਧਿਆ ਦਾ ਸਮਾਂ ਹੋਇਆ, ਦੁਰਯੋਧਨ ਨੂੰ ਕੋਈ ਚੰਗਾ ਇਨਸਾਨ ਨਾ ਮਿਲਿਆ ਕਿ ਚੰਗਾ ਇਨਸਾਨ ਵੇਖਦਾ ਕ੍ਰਿਸ਼ਨ ਮਹਾਰਾਜ ਦਾ ਗੁੱਸਾ ਜੋ ਠੰਡਾ ਹੁੰਦਾ। ਤਾਂ ਪਹਿਲੀ ਗੱਲ ਤਾਂ ਯੁਧਿਸ਼ਠਰ ਨੇ ਵੇਖਿਆ ਕਿ ਸ਼੍ਰੀ ਕ੍ਰਿਸ਼ਨ ਮਹਾਰਾਜ ਖੁਸ਼ ਨੇ, ਪਰ ਦੂਸਰੀ ਤਰਫ ਦੁਰਯੋਧਨ ਦੀਆਂ ਨਜ਼ਰਾਂ ਸ਼੍ਰੀ ਕ੍ਰਿਸ਼ਨ ਮਹਾਰਾਜ ਨੂੰ ਗੁੱਸੇ ਵਿੱਚ ਵੇਖਦੀਆਂ ਨੇ। ਇਸੇ ਤਰ੍ਹਾਂ ਯੁਧਿਸ਼ਠਰ ਜਦੋਂ ਚਲਾ ਗਿਆ ਆਮ ਜੀਵਨ ਦੇ ਵਿੱਚ, ਸ਼ਹਿਰ ਦੇ ਵਿੱਚ ਕਿਸੇ ਬੁਰੇ ਇਨਸਾਨ ਨੂੰ ਵੇਖਣ ਦੇ ਲਈ, ਉਸਨੂੰ ਸਾਰੇ ਧਰਮ ਆਤਮਾ ਦੇਖਦੇ ਨੇ, ਕਿਉਂਕਿ ਧਰਮਰਾਜ ਯੁਧਿਸ਼ਠਰ ਆਪ ਹੀ ਧਰਮ ਦਾ ਰਾਜ, ਆਪ ਹੀ ਉਸਨੇ ਧਰਮ ਦੀ ਪਰਿਪੱਕਤਾ ਨੂੰ ਇੰਨਾ ਜੀਵਨ ਵਿੱਚ ਦ੍ਰਿੜ ਕੀਤਾ ਹੋਇਆ, ਉਸਨੂੰ ਕੋਈ ਵੀ ਬੁਰਾ ਇਨਸਾਨ ਮਿਲਿਆ ਨਹੀਂ। ਤਾਂ ਕਹਿੰਦੇ ਨੇ ਦੁਰਯੋਧਨ ਜਦੋਂ ਸ਼ਹਿਰ ਵਿੱਚ ਗਿਆ, ਉਹ ਆਪ ਹੀ ਇੰਨਾ ਬੁਰੇ ਗੁਣਾਂ ਦਾ ਧਾਰਨੀ ਹੋਇਆ ਕਿ ਉਸਨੂੰ ਕੋਈ ਵੀ ਚੰਗਾ ਇਨਸਾਨ ਨਾ ਮਿਲਿਆ ਪੂਰੇ ਸ਼ਹਿਰ ਦੇ ਵਿੱਚ, ਹਸਤਿਨਾਪੁਰ ਦੇ ਵਿੱਚ। ਤਾਂ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਇਸੇ ਹੀ ਜੀਵਨ ਦਾ ਇੱਕ ਕਹਾਣੀ ਮਿਲਦੀ ਹੈ ਕਿ ਇੱਕ ਸਮਾਂ ਆਇਆ ਜਦੋਂ ਦੁਰਯੋਧਨ ਨੇ ਅਤੇ ਬਿਦਰ ਨੇ, ਕਿਉਂਕਿ ਬਿਦਰ ਜਿਹੜਾ ਹੈ ਕਿ ਉਹ ਦੁਰਯੋਧਨ ਦੇ ਰਾਜ ਦਰਬਾਰ ਦੇ ਵਿੱਚ ਇੱਕ ਛੋਟਾ ਜਿਹਾ ਕਰਮਚਾਰੀ, ਇੱਕ ਸੇਵਾਦਾਰ, ਉਸਦੇ ਰਾਜ ਦਰਬਾਰ ਦੇ ਵਿੱਚ ਕੰਮ ਕਰਨ ਵਾਲਾ ਇੱਕ ਨੌਕਰ। ਤਾਂ ਕਹਿੰਦੇ ਨੇ ਦੁਰਯੋਧਨ ਨੇ ਸ਼੍ਰੀ ਕ੍ਰਿਸ਼ਨ ਮਹਾਰਾਜ ਨੂੰ ਸੱਦਾ ਦਿੱਤਾ ਕਿ ਮੇਰੇ ਘਰ ਵਿੱਚ ਆ ਕੇ ਤੁਸੀਂ ਪ੍ਰਸ਼ਾਦਾ ਛਕਣਾ। ਤਾਂ ਦੂਸਰੀ ਤਰਫ ਕਹਿੰਦੇ ਨੇ ਬਿਦਰ ਨੇ ਵੀ ਉਸੇ ਦਿਨ ਹੀ ਸ਼੍ਰੀ ਕ੍ਰਿਸ਼ਨ ਮਹਾਰਾਜ ਨੂੰ ਨਿਯੋਤਾ ਦਿੱਤਾ ਹੋਇਆ ਸੀ ਕਿ ਹੇ ਕ੍ਰਿਸ਼ਨ, ਤੁਸੀਂ ਸਾਡੇ ਘਰ ਆਓਗੇ ਤਾਂ ਰੋਟੀ ਖਾ ਕੇ ਜਾਣੀ। ਇੱਕੋ ਹੀ ਦਿਨ ਕਲੈਸ਼ ਹੋਇਆ, ਜਿਵੇਂ ਆਪਾਂ ਕਹਿੰਦੇ ਹਾਂ ਕਿ ਇੱਕ ਦੂਸਰੇ ਦਿਨ ਇਨਵੀਟੇਸ਼ਨ ਕੱਟੇ ਗਏ। ਤਾਂ ਕਹਿੰਦੇ ਨੇ ਸ਼੍ਰੀ ਕ੍ਰਿਸ਼ਨ ਦੁਰਯੋਧਨ ਦੇ ਘਰ ਨਹੀਂ ਗਏ, ਉਸਦੇ ਮਹਿਲ ਵਿੱਚ ਨਹੀਂ ਗਏ, ਬਿਦਰ ਦੇ ਘਰ ਚਲੇ ਗਏ ਅਤੇ ਬਿਦਰ ਦੇ ਘਰ ਜਾ ਕੇ ਪਰਮੇਸ਼ਵਰ ਦੇ ਗੁਣਾਂ ਦਾ ਵਿਚਾਰ ਕਰਦੇ ਨੇ। ਬਿਦਰ ਨੂੰ, ਉਸਦੀ ਘਰਵਾਲੀ ਨੂੰ ਪ੍ਰਭੂ ਦੇ ਗੁਣਾਂ ਦਾ ਗਾਇਨ ਕਿਵੇਂ ਕੀਤਾ ਜਾਏ ਇਹ ਸਾਰਾ ਦੱਸਦੇ ਨੇ, ਉਹ ਸਿਖਾਉਂਦੇ ਨੇ, ਪਰਮਾਰਥ ਦੇ ਮਾਰਗ 'ਤੇ ਚੱਲਣ ਦੀ ਸਿੱਖਿਆ ਦਿੰਦੇ ਨੇ।
ਪਰ ਦੁਰਯੋਧਨ ਨੇ ਗੁੱਸਾ ਕਰ ਲਿਆ ਅਗਲੇ ਦਿਨ ਕਿ ਹੇ ਕ੍ਰਿਸ਼ਨ, ਤੁਸੀਂ ਮੇਰੇ ਘਰ ਵਿੱਚ ਕਿਉਂ ਨਹੀਂ ਆਏ? ਮੈਂ ਤੁਹਾਨੂੰ ਸੱਦਾ ਦਿੱਤਾ ਸੀ, ਤੁਸੀਂ ਇੱਕ ਛੋਟੇ ਕਰਮਚਾਰੀ ਬਿਦਰ ਦੇ ਘਰ ਵਿੱਚ ਚਲੇ ਗਏ। ਆਪ ਹਸਤਿਨਾਪੁਰ ਦੇ ਰਾਜੇ ਨੇ ਤੁਹਾਨੂੰ ਸੱਦਾ ਦਿੱਤਾ, ਪਰ ਤੁਸੀਂ ਮੇਰੇ ਘਰ ਕਿਉਂ ਨਹੀਂ ਆਏ? ਤਾਂ ਕਹਿੰਦੇ ਨੇ ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਜੋ ਦੁਰਯੋਧਨ ਨੂੰ ਉੱਤਰ ਦਿੱਤਾ, ਇਹ ਸਾਰਾ ਹੀ ਜੋ ਬਿਰਤਾਂਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਮਿਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਕਿ ਸ਼੍ਰੀ ਕ੍ਰਿਸ਼ਨ ਦੁਰਯੋਧਨ ਨੂੰ ਕਹਿੰਦੇ ਨੇ, हे दुर्योधन, राजन कौन तुम्हारे आवे? ऐसो भाऊ बिदर को देखियो गरीब मोहे भावे। कि तेरे घर विच केड़ा राजा आवे? तेरे मन विच हंकार ही बड़ा, पर जदों मैं बिदर दे प्यार नूं वेखदा तां मेरे मन नूं चंगा लगदा है। हस्ती देख परम ते भूला, श्री भगवान ना जानिया, तुमरो दूध बिदर को पानो, ਅੰਮ੍ਰਿਤ ਕਰ ਮੈਂ ਮਾਨਿਆ। कि हे दुर्योधन, तू अपने हाथी घोड़िਆਂ ਨੂੰ ਵੇਖ ਕੇ ਹੰਕਾਰਿਆ ਹੋਇਆ ਇੱਕ ਜੀਵ, ਪਰ ਦੂਸਰੀ ਤਰਫ ਬਿਦਰ ਨੇ ਜਿਹੜਾ ਪਾਣੀ ਦਿੱਤਾ ਮੈਨੂੰ ਪੀਣ ਦੇ ਲਈ, ਉਹੀ ਮੈਂ ਅੰਮ੍ਰਿਤ ਕਰਕੇ ਮੰਨਿਆ। इसे तरह अगे बाणी विच आया कि खीर समान साग में पाया, गुण गावत रहन बिहानी, कबीर को उठाकर अनंत विनोदी, जात ना कहो कि मानी। कि दुर्योधन सच करके जाने कि मैं बिदर दे घर दे विच जिहड़ी साग खा के आया ना, हरे पत्तियां दा साग, वो साग मेरे लिए खीर दे समान सी, क्योंकि प्रभु कोई भेदभाव नहीं करते। कहते हैं कि आम आदमी नूं रोटी देनी होवे तां लूण नूं देखेगा, मिठे नूं वेखेगा, उसकी मिठास नूं, उसकी स्वादिष्टता नूं वेखेगा, पर प्रभु दे वास्ते तां सारे एक बराबर ने। प्रभु ही मिठे नूं पैदा करने वाले, प्रभु ही नमक नूं पैदा करने वाले, वो बक बके भोजन नूं भी प्रभु ने ही पैदा किया। तां केड़ा जर्रा जिस विच प्रभु नहीं। नामदेव ने कह दिता सी कि सब गोबिंद है, सब गोबिंद है, गोबिंद बिन नहीं कोई, कि सारियां विच गोबिंद रमिया होया। तां जिस चीज़ विच गोबिंद आप उस स्वाद नूं क्यों वेखेगा? तो श्री कृष्ण कहते ने कि हे दुर्योधन, खीर समान साग में पाया, गुण गावत रहन बिहानी, कबीर को उठाकर अनंत विनोदी, जात ना कहो कि मानी। कि मैं बिदर दे साग नूं ही तेरी खीर दे बराबर जानिया, क्योंकि बिदर दे घर दे विच मैं प्रभु दे गुणां दा गायन किया, एक ब्रह्म दी पूजा की, ब्रह्म दे गुणां नूं बिदर अते उसदे परिवार दे नाल साझा किया। क्योंकि कबीर दा ठाकर किसी दी जात नूं नहीं मनदा, वो जात पात ऊच नीच दे भेद तो परे है। ਤਾਂ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਮੇਸ਼ਾ ਹੀ ਊਚ ਨੀਚ ਤੋਂ ਪਰੇ। ਜਿਵੇਂ ਕਬੀਰ ਮਹਾਰਾਜ ਇੱਕ ਥਾਂ 'ਤੇ ਲਿਖਦੇ ਨੇ, ਬਚਨ ਕਰਦੇ ਨੇ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਾ ਕਬਜਾ ਕੌਣ ਭਲੇ ਕੋ ਮੰਦੇ। ਕਿ ਪ੍ਰਭੂ ਨੇ ਆਪਣੇ ਨੂਰ ਤੋਂ ਸਾਰੀ ਕੁਦਰਤ ਨੂੰ ਪੈਦਾ ਕੀਤਾ ਸੀ, ਸਾਰੇ ਜੀਵ ਉਸ 'ਤੇ ਹੀ ਬੱਚੇ ਆ। ਤਾਂ ਇਸੇ ਤਰ੍ਹਾਂ ਇੱਕ ਘਟਨਾ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਜੀਵਨ ਦੀ ਮਿਲਦੀ ਹੈ ਕਿ ਜਦੋਂ ਬਿਦਰ ਦੇ ਘਰ ਵਿੱਚ ਗਏ ਤਾਂ ਬਿਦਰ ਘਰ ਵਿੱਚ ਨਹੀਂ ਸੀ। ਬਿਦਰ ਦੇ ਘਰ ਵਾਲੀ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰਨ ਲੱਗੀ, ਸ਼੍ਰੀ ਕ੍ਰਿਸ਼ਨ ਦੀ ਸੇਵਾ ਕਰਨ ਲੱਗੀ, ਕਿਉਂਕਿ ਸਮੇਂ ਦੇ ਪੈਗੰਬਰ ਹੋਏ ਨੇ, ਸਮੇਂ ਦੇ ਅਵਤਾਰ ਹੋਏ ਨੇ। ਤਾਂ ਕੇਲਿਆਂ ਨੂੰ ਉਹਨਾਂ ਦੇ ਅੱਗੇ ਸਮਰਪਿਤ ਕੀਤਾ ਕਿ ਕ੍ਰਿਸ਼ਨ ਤੁਸੀਂ ਇਹਨਾਂ ਨੂੰ ਛਕਣਾ। ਤਾਂ ਸ਼੍ਰੀ ਕ੍ਰਿਸ਼ਨ ਕਹਿਣ ਲੱਗੇ ਕਿ ਛਿਲਕੇ ਦਿਓ, ਕਿ ਜਿਵੇਂ ਛਿਲਕੇ ਦੇਈਦਾ ਕੋਈ ਵੀ ਚੀਜ਼। ਤਾਂ ਬਿਦਰ ਦੀ ਜਿਹੜੀ ਘਰ ਵਾਲੀ ਸ਼੍ਰੀ ਕ੍ਰਿਸ਼ਨ 'ਤੇ ਇੰਨੀ ਮੋਹਿਤ, ਉਹਨਾਂ ਦਾ ਸਰੂਪ ਇੱਕਦਮ ਜਦੋਂ ਪਰਮੇਸ਼ਵਰ ਹੀ ਘਰ ਵਿੱਚ ਆਇਆ ਹੋਏ ਤਾਂ ਸੁੱਧ ਬੁੱਧ ਕਿੱਥੋਂ ਹੋਵੇ। ਸੁੱਧ ਬੁੱਧ ਗੁੰਮ ਹੋ ਗਈ ਜਦੋਂ ਪ੍ਰਭੂ ਆਪ ਹੀ ਘਰ ਵਿੱਚ ਚੱਲ ਕੇ ਆ ਗਏ। ਤਾਂ ਕਹਿੰਦੇ ਨੇ ਬਿਦਰ ਦੀ ਘਰ ਵਾਲੀ ਨੇ ਜਦੋਂ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਰੂਪ ਨੂੰ ਤੱਕਿਆ ਤਾਂ ਸੁੱਧ ਬੁੱਧ ਕਿੱਥੋਂ ਰਹਿਣੀ ਸੀ। ਕ੍ਰਿਸ਼ਨ ਕਹਿਣ ਲੱਗੇ ਕਿ ਮੈਨੂੰ ਛਿਲਕੇ ਚਾਹੀਦੇ ਨੇ। ਤਾਂ ਉਹਨੇ ਕੁਝ ਹੋਰ ਹੀ ਸਮਝਿਆ, ਤਾਂ ਕੇਲਿਆਂ ਦੀ ਗਿਰੀ ਨੂੰ ਕੋਲ ਰੱਖਿਆ, ਤਾਂ ਕੇਲਿਆਂ ਦੇ ਛਿਲਕੇ ਸ਼੍ਰੀ ਕ੍ਰਿਸ਼ਨ ਨੂੰ ਦੇ ਰਹੀ ਹੈ। ਫਿਰ ਦੇਖਣਾ ਕਿ ਕੇਲਿਆਂ ਦੀ ਜੋ ਚਿੱਟੀ ਗਿਰੀ ਖਾਣ ਵਾਲੀ ਉਸ ਨੂੰ ਕੋਲ ਰੱਖੀ ਜਾ ਰਹੀ ਝੋਲੀ ਦੇ ਵਿੱਚ, ਅਤੇ ਸਿੱਕੜਾਂ ਨੂੰ ਦੇ ਰਹੀ ਹੈ ਸ਼੍ਰੀ ਕ੍ਰਿਸ਼ਨ ਮਹਾਰਾਜ ਨੂੰ ਖਾਣ ਦੇ ਲਈ। ਕਿਉਂਕਿ ਬ੍ਰਹਮ ਇਹਨਾਂ ਚੀਜ਼ਾਂ ਤੋਂ ਪਰੇ ਸ਼੍ਰੀ ਕ੍ਰਿਸ਼ਨ ਮਹਾਰਾਜ ਸਿੱਕੜਾਂ ਨੂੰ ਖਾਈ ਜਾ ਰਹੇ ਨੇ। ਕਿਉਂਕਿ ਪ੍ਰਭੂ ਭਗਤਾਂ ਦੇ ਭਾਵ ਨੂੰ ਵੇਖਦੇ ਨੇ, ਭਗਤਾਂ ਦੇ ਮਨ ਦੇ ਵਿੱਚ ਪ੍ਰੇਮ ਕਿੰਨਾ, ਭਗਤ ਕਿਸ ਭਾਵਨਾ ਦੇ ਨਾਲ ਪ੍ਰਭੂ ਨੂੰ ਕੋਈ ਚੀਜ਼ ਦੇ ਰਹੇ ਨੇ। ਪ੍ਰਭੂ ਨੂੰ ਇਸ ਦੇ ਨਾਲ ਮਤਲਬ, ਉਹਨਾਂ ਨੂੰ ਮਤਲਬ ਨਹੀਂ ਕਿ ਚੀਜ਼ ਕੌੜੀ ਜਾਂ ਮਿੱਠੀ, ਉਹ ਤਾਂ ਖਾ ਲੈਣਗੇ। ਉਹਨਾਂ ਨੂੰ ਮਿਰਚਾਂ ਵੀ ਦਿੱਤੀਆਂ ਜਾਣ ਪ੍ਰੇਮ ਦੇ ਨਾਲ, ਪ੍ਰਭੂ ਖਾ ਲੈਣਗੇ। ਤਾਂ ਕਹਿੰਦੇ ਨੇ ਬਿਦਰ ਬਾਹਰੋਂ ਆਇਆ ਤਾਂ ਵੇਖਣ ਲੱਗਾ ਕਿ ਘਰ ਵਾਲੀ ਤਾਂ ਸਿੱਕੜ ਦੇ ਰਹੀ ਕ੍ਰਿਸ਼ਨ ਮਹਾਰਾਜ ਨੂੰ। ਤਾਂ ਡਾਂਟਿਆ ਕਿ ਇਹ ਕੀ ਕਰ ਰਹੀ ਤੂੰ, ਪਰ ਕ੍ਰਿਸ਼ਨ ਮਹਾਰਾਜ ਨੇ ਟੋਕ ਦਿੱਤਾ ਕਿ ਇਸ ਦੇ ਵਿੱਚ ਉਹਦਾ ਕਸੂਰ ਕੋਈ ਨਹੀਂ। ਉਹ ਬ੍ਰਹਮ ਦੀ ਉਪਾਸਨਾ ਦੇ ਵਿੱਚ ਇੰਨੀ ਲੀਨ ਹੋ ਗਈ ਕਿ ਉਸ ਨੂੰ ਅੰਤਰ ਮਿਟ ਗਿਆ ਕਿ ਕੇਲਿਆਂ ਦੀ ਗਿਰੀ ਕਿਹੜੀ ਅਤੇ ਸਿੱਕੜ ਕਿਹੜਾ। ਤਾਂ ਇਸੇ ਤਰ੍ਹਾਂ ਕਹਿੰਦੇ ਨੇ ਕਿ ਹੁਣ ਬਿਦਰ ਨੇ ਸੇਵਾ ਲੈ ਲਈ ਕਿ ਕ੍ਰਿਸ਼ਨ ਘਰ ਵਿੱਚ ਆਏ ਨੇ ਤਾਂ ਰਾਤ ਦੀ ਰੋਟੀ ਮੈਂ ਪਕਾਉਣੀ। ਕਿ ਪਹਿਲਾਂ ਹੀ ਗੜਬੜ ਕਰ ਦਿੱਤੀ, ਪਹਿਲਾਂ ਤੂੰ ਕੇਲੇ ਦੇਣੇ ਸੀ ਅਤੇ ਤੂੰ ਸਿੱਕੜ ਦੇ ਦਿੱਤੇ ਕ੍ਰਿਸ਼ਨ ਮਹਾਰਾਜ ਨੂੰ, ਰਾਤ ਦੀ ਰੋਟੀ ਮੈਂ ਪਕਾਉਣੀ। ਤਾਂ ਕਹਿੰਦੇ ਨੇ ਸ਼੍ਰੀ ਕ੍ਰਿਸ਼ਨ ਮਹਾਰਾਜ ਆਪ ਹੀ ਬ੍ਰਹਮ ਦੀ ਕਥਾ ਕਰਨ ਲੱਗੇ ਕਿ ਬ੍ਰਹਮ ਕੀ ਹੈ, ਬ੍ਰਹਮ ਦਾ ਸਰੂਪ ਕੀ ਹੈ, ਨਿਰਾਕਾਰ ਹੈ, ਉਸ ਦਾ ਕੋਈ ਅੰਤ ਨਹੀਂ, ਪਾਰਾਵਾਰ, ਉਸ ਨੂੰ ਕਥਿਆ ਨਹੀਂ ਜਾ ਸਕਦਾ। ਉਸ ਦੇ ਨਾਮ ਨੂੰ ਕੇਵਲ ਉਚਾਰਨ ਤਾਂ ਕੀਤਾ ਜਾ ਸਕਦਾ ਹੈ, ਪਰ ਉਸ ਦਾ ਅੰਤ ਪਾਉਣਾ ਕਿਸੇ ਦੇ ਹਿੱਸੇ ਨਹੀਂ ਆਇਆ। ਤਾਂ ਆਮ ਕੋਈ ਪ੍ਰੇਮੀ ਆਦਮੀ ਬ੍ਰਹਮ ਦੀ ਕਥਾ ਕਰਦਾ ਹੋਏ ਤਾਂ ਮਨ ਲੱਗਦਾ ਹੈ। ਤਾਂ ਜਦੋਂ ਕ੍ਰਿਸ਼ਨ ਮਹਾਰਾਜ ਆਪ ਹੀ ਬ੍ਰਹਮ ਦੀ ਕਥਾ ਕਰ ਰਹੇ ਨੇ ਤਾਂ ਕੀ ਮਾਹੌਲ ਹੋਏਗਾ ਉਸ ਸਮੇਂ ਦਾ, ਉਸ ਸਮੇਂ ਦਾ ਕੀ ਹਾਲਾਤ ਹੋਣਗੇ ਤੁਸੀਂ ਸਮਝ ਸਕਦੇ ਹੋ।
ਤਾਂ ਕਹਿੰਦੇ ਨੇ ਬਿਦਰ ਜੋ ਰੋਟੀ ਪਕਾ ਰਿਹਾ ਉਸ ਦੇ ਕੰਨ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਬੋਲਾਂ ਵੱਲ, ਅਤੇ ਕ੍ਰਿਸ਼ਨ ਮਹਾਰਾਜ ਦੇ ਕੋਲ ਬਿਦਰ ਦੀ ਘਰ ਵਾਲੀ ਬੈਠੀ ਹੋਈ ਇੱਕਦਮ ਲੀਨ ਹੋਈ ਬ੍ਰਹਮ ਦੇ ਵਿੱਚ। ਤਾਂ ਬਿਦਰ ਦੇ ਕੰਨ ਸ਼੍ਰੀ ਕ੍ਰਿਸ਼ਨ ਦੀ ਤਰਫ ਜਦੋਂ ਰੋਟੀ ਲੈ ਕੇ ਆਇਆ ਤਾਂ ਕਹਿੰਦੇ ਸ਼੍ਰੀ ਕ੍ਰਿਸ਼ਨ ਨੇ ਸਾਰੀ ਰੋਟੀ ਖਾ ਲਈ। ਤਾਂ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਕਿ ਤੁਸੀਂ ਇੰਨੇ ਪ੍ਰੇਮ ਦੇ ਨਾਲ ਮੈਨੂੰ ਬੁਲਾਇਆ, ਰੋਟੀ ਬਣਾਈ, ਹੁਣ ਤੁਸੀਂ ਵੀ ਖਾਣੀ। ਤਾਂ ਕਹਿੰਦੇ ਨੇ ਬਿਦਰ ਨੂੰ ਕੋਲ ਬਿਠਾਇਆ, ਦੂਸਰੀ ਗੱਦੀ 'ਤੇ ਉਸਦੀ ਘਰਵਾਲੀ ਨੂੰ ਬਿਠਾਇਆ, ਤਾਂ ਰੋਟੀ ਖਾਣ ਲੱਗੇ। ਬਿਦਰ ਉਸਦੀ ਘਰਵਾਲੀ ਨੇ ਰੋਟੀ ਖਾਧੀ ਪਰ ਵੇਖਿਆ ਦਾਲ ਵਿੱਚ ਤਾਂ ਲੂਣ ਹੀ ਨਹੀਂ ਪਾਇਆ, ਦਾਲ ਨੂੰ ਤਾਂ ਤੜਕਾ ਵੀ ਨਹੀਂ ਲਗਾਇਆ। ਤਾਂ ਬੜੇ ਹੀ ਪ੍ਰੇਮ ਦੇ ਨਾਲ, ਬੜੀ ਹਲੀਮੀ ਦੇ ਨਾਲ, ਨਿਮਰਤਾ ਦੇ ਨਾਲ ਬਿਦਰ ਨੇ ਹੱਥ ਜੋੜ ਦਿੱਤੇ। ਕਹਿੰਦੇ ਨੇ ਕਿ ਕ੍ਰਿਸ਼ਨ ਮਹਾਰਾਜ ਅਸੀਂ ਤਾਂ ਦਾਲ ਫਿੱਕੀ ਦੇ ਦਿੱਤੀ, ਤੁਹਾਨੂੰ ਫਿੱਕੀ ਪਰੋਸ ਦਿੱਤੀ। ਮੈਂ ਸੱਚ ਜਾਣਿਓ ਕਿ ਮੇਰੀ ਕੋਈ ਗਲਤੀ ਨਹੀਂ, ਮੈਂ ਤਾਂ ਤੁਹਾਡੀ ਕਥਾ ਦੇ ਵਿੱਚ ਇੰਨਾ ਲੀਨ ਹੋਇਆ ਕਿ ਮੈਂ ਲੂਣ ਪਾਣਾ, ਤੜਕਾ ਪਾਣਾ ਹੀ ਭੁੱਲ ਗਿਆ। ਤਾਂ ਕਹਿੰਦੇ ਨੇ ਉਹ ਭਗਵਾਨ ਆਪ ਹੀ ਕਹਿਣ ਲੱਗੇ ਕਿ ਹੇ ਬਿਦਰ, ਉਹ ਆਮ ਦੁਨੀਆ ਨੂੰ ਲੱਗਦਾ ਹੋਏਗਾ ਲੂਣ ਮਿੱਠਾ ਤੜਕੇ ਦੇ ਵਿੱਚ ਫ਼ਰਕ, ਪਰ ਮੇਰੇ ਲਈ ਕੋਈ ਅੰਤਰ ਨਹੀਂ। ਜਿੱਥੇ ਭਗਤ ਦਾ ਪ੍ਰੇਮ ਹੈ, ਮੇਰੇ ਲਈ ਫਿੱਕੇ ਪਕਵਾਨ ਵੀ ਮਿੱਠੇ ਹੋ ਜਾਂਦੇ ਨੇ, ਪਰ ਜਿੱਥੇ ਭਗਤ ਦੇ ਕੋਲ ਪ੍ਰੇਮ ਨਹੀਂ, ਮਿੱਠੇ ਪਕਵਾਨ ਵੀ ਮੈਂ ਗ੍ਰਹਿਣ ਨਹੀਂ ਕਰਦਾ, ਮਿੱਠੇ ਪਕਵਾਨ ਵੀ ਮੇਰੇ ਲਈ ਬਕਬਕੇ ਹੋ ਜਾਂਦੇ ਨੇ। ਪਰ ਬਕਾ ਬਕਾ ਦਿੱਤਾ ਹੋਇਆ ਭੋਜਨ ਵੀ ਭਗਤ ਦਾ ਮੈਂ ਮਿੱਠਾ ਕਰਕੇ ਜਾਣਦਾ। ਤਾਂ ਪ੍ਰਭੂ ਨੇ ਜੋ ਅਸੀਂ ਦ੍ਰਿਸ਼ਟੀ ਵੇਖਦੇ ਹਾਂ ਉਸ ਤਰ੍ਹਾਂ ਦੇ ਨਾਲ ਸ੍ਰਿਸ਼ਟੀ ਨੂੰ ਵੇਖਦੇ ਹਾਂ, ਪਰ ਪ੍ਰਭੂ ਦੀ ਦ੍ਰਿਸ਼ਟੀ ਇੱਕਦਮ ਭਿੰਨ ਹੈ ਸਾਡੇ ਤੋਂ। ਪ੍ਰਭੂ ਸਾਰੇ ਭਗਤਾਂ ਨੂੰ ਇੱਕ ਬਰਾਬਰ ਜਾਣਦੇ ਨੇ। ਜਿਹਦੇ ਕੋਲ ਜ਼ਿਆਦਾ ਪ੍ਰੇਮ ਹੋਏਗਾ ਉਹ ਉਹਨਾਂ ਦੀ ਭਗਤਾਂ ਦੀ ਗਿਣਤੀ ਵਿੱਚ ਹੋਏਗਾ, ਪਰ ਜਿਹਦੇ ਕੋਲ ਪ੍ਰੇਮ ਨਹੀਂ ਉਹ ਤਾਂ ਆਵਾਗੁਣ ਦੇ ਚੱਕਰ ਦੇ ਵਿੱਚ ਹੀ ਜਨਮ ਮਰਨ ਦੇ ਚੱਕਰਾਂ ਦੇ ਵਿੱਚ। ਤਾਂ ਇਹੀ ਅੱਜ ਦਾ ਵਿਚਾਰ ਕਿ ਅਸੀਂ ਰਲ ਕੇ ਇਸ ਗੱਲ ਨੂੰ ਸਮਝੀਏ ਕਿ ਜੋ ਬ੍ਰਹਮ ਦੀ ਪੂਜਾ, ਜੋ ਬ੍ਰਹਮ ਦਾ ਰੰਗ ਹੈ, ਉਹ ਸਭ ਤੋਂ ਉੱਤਮ, ਸਭ ਤੋਂ ਉੱਪਰ ਦਰਜੇ ਦਾ ਮੰਨਿਆ ਗਿਆ। ਬ੍ਰਹਮ ਤੋਂ ਬਿਨਾਂ ਸਭ ਕੁਝ ਫਿੱਕਾ, ਉਹ ਪ੍ਰਭੂ ਦੀ ਕਿਰਪਾ ਤੋਂ ਬਿਨਾਂ, ਪ੍ਰਭੂ ਦੇ ਪ੍ਰੇਮ ਤੋਂ ਬਿਨਾਂ ਇਹ ਜੀਵਨ ਜੋ ਹੈ ਵਿਅਰਥ ਹੈ, ਬੇਰੰਗ ਹੈ। ਪਰ ਜੀਵਨ ਨੂੰ ਰੰਗ ਦੇਣਾ ਤਾਂ ਉਸ ਦੀ ਕਿਰਪਾ ਦੀ ਜ਼ਰੂਰਤ, ਉਸ ਦੀ ਰਹਿਮਤ ਦੀ ਜ਼ਰੂਰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।